ਚਮਕੌਰ ਦੀ ਗੜੀ ਵਿੱਚ ਪਹੁੰਚਣਾ। ਗੁਰੂ ਗੋਬਿੰਦ ਸਿੰਘ ਜੀ 2 ਵੱਡੇ ਸਾਹਿਬਜ਼ਾਦੇ ਅਤੇ 40 ਕੁ ਸਿੰਘ ਪਿੰਡ ਬੜੂ ਮਾਜਰਾ, ਬੂਰ ਮਾਜਰਾ ਅਤੇ ਮਜ਼ਾਰੀ ਹੁੰਦੇ ਹੋਏ ਚਮਕੌਰ ਪਹੁੰਚੇ। ਗੁਰੂ ਗੋਬਿੰਦ ਸਿੰਘ ਜੀ ਨੇ ਬੁੱਧੀ ਚੰਦ ਦੇ ਘਰ ਸੁਨੇਹਾ ਭੇਜਿਆ। ਬੁੱਧੀ ਚੰਦ ਰਾਵਤ ਪਰਿਵਾਰ ਵਿੱਚੋਂ ਸੀ। ਇਹ 2 ਭਰਾ ਸਨ, ਬੁੱਧੀ ਚੰਦ ਅਤੇ ਗਰੀਬ ਚੰਦ। ਬੁੱਧੀ ਚੰਦ ਗੁਰੂ ਗੋਬਿੰਦ ਸਿੰਘ ਜੀ ਕੋਲ ਆਇਆ। ਉਸਨੇ ਬੇਨਤੀ ਕੀਤੀ ਕਿ ਪਾਤਸ਼ਾਹ ਮੇਰੇ ਘਰ ਚੱਲ ਕੇ ਆਰਾਮ ਕਰੋ। ਗੁਰੂ ਗੋਬਿੰਦ ਸਿੰਘ ਜੀ ਯੁੱਧ ਨੀਤੀ ਅਤੇ ਰਣਨੀਤੀ ਵਿੱਚ ਬਹੁਤ ਮਾਹਰ ਸਨ। ਉਹਨਾਂ ਨੇ ਬੁੱਧੀ ਚੰਦ ਨੂੰ ਕਿਹਾ ਕਿ ਸਾਡੇ ਪਿੱਛੇ ਹਕੂਮਤ ਦੀ ਫੌਜ ਲੱਗੀ ਹੈ। ਜੇ ਅਸੀਂ ਤੇਰੇ ਘਰ ਵਿੱਚ ਹਕੂਮਤ ਦੀ ਫੌਜ ਦਾ ਮੁਕਾਬਲਾ ਕਰਾਂਗੇ ਜਾਂ ਤੇਰੇ ਘਰ ਵਿੱਚ ਠਹਿਰਾਂਗੇ ਤਾਂ ਬਾਅਦ ਵਿੱਚ ਹਕੂਮਤ ਤੇਰਾ ਬਾਲ ਬੱਚਾ ਖਤਮ ਕਰ ਦੇਵੇਗੀ। ਗੁਰੂ ਜੀ ਨੇ ਕਿਹਾ, ਬੁੱਧੀ ਚੰਦ, ਤੇਰੀ ਜੋ ਪਿੰਡ ਦੇ ਬਾਹਰ ਹਵੇਲੀ ਹੈ, ਤੂੰ ਸਾਡਾ ਉਤਾਰਾ ਉਸ ਵਿੱਚ ਕਰਾ ਦੇ। ਇਸੇ ਤਰ੍ਹਾਂ ਹੀ ਕੀਤਾ ਗਿਆ। ਇਤਿਹਾਸ ਦੱਸਦਾ ਹੈ ਕਿ ਗੁਰੂ ਜੀ ਦੇ ਨਾਲ ਵਾਲੇ ਸਿੰਘਾਂ ਨੇ ਬੁੱਧੀ ਚੰਦ ਨੂੰ ਕਿਹਾ, ਜੇ ਹਕੂਮਤ ਵੱਲੋਂ ਪੁੱਛ-ਗਿੱਛ ਹੋਵੇ ਤਾਂ ਤੁਸੀਂ ਕਹਿ ਦੇਣਾ ਕਿ ਮੈਨੂੰ ਡਰਾ ਧਮਕਾ ਕੇ ਧੱਕੇ ਨਾਲ ਮੇਰੀ ਹਵੇਲੀ ਉੱਤੇ ਕਾਬਜ਼ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਅਤੇ ਬਾਕੀ ਸਿੰਘ ਚਮਕੌਰ ਦੀ ਗੜੀ ਵਿੱਚ ਦਾਖਲ ਹੁੰਦੇ ਹਨ। ਚਮਕੌਰ ਦੀ ਗੜੀ ਨੂੰ ਨੀਝ ਨਾਲ ਵੇਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ, जिस खित्ते में हम कहते थे आना यह वही है, कल लुट के है जिस जगह से जाना यह वही है। ਗੁਰੂ ਜੀ ਨਾਲ ਦੇ ਸਿੰਘਾਂ ਨੂੰ ਕਹਿੰਦੇ ਹਨ, ਇਹ ਉਹੀ ਥਾਂ ਹੈ ਜਿਸ ਦੇ ਬਾਰੇ ਮੈਂ ਤੁਹਾਡੇ ਨਾਲ ਪਹਿਲਾਂ ਜ਼ਿਕਰ ਕੀਤਾ ਸੀ। ਇਹ ਉਹੀ ਜਗ੍ਹਾ ਹੈ ਜਿੱਥੇ ਕੱਲ੍ਹ ਸਭ ਕੁਝ ਕੁਰਬਾਨ ਕਰਕੇ ਮੈਂ ਜਾਣਾ ਹੈ। ਗੁਰੂ ਗੋਬਿੰਦ ਸਿੰਘ ਜੀ ਆਪਣੀ ਕਮਰਬੰਦ ਵਿੱਚੋਂ ਖੰਜਰ ਕੱਢ ਕੇ ਕੱਚੀ ਗੜੀ ਦੀ ਮਿੱਟੀ ਦੀ ਇੱਕ ਢੀਮ ਕੱਢ ਕੇ ਹੱਥ 'ਤੇ ਰੱਖ ਕੇ ਫੂਕ ਮਾਰ ਕੇ ਉਡਾ ਦਿੰਦੇ ਹਨ ਤਾਂ ਕੋਲ ਖੜਾ ਭਾਈ ਦਇਆ ਸਿੰਘ ਪੁੱਛਦਾ ਹੈ ਕਿ ਸੱਚੇ ਪਾਤਸ਼ਾਹ ਇਹ ਕੀ ਸੀ? ਤਾਂ ਗੁਰੂ ਜੀ ਕਹਿਣ ਲੱਗੇ, ਭਾਈ ਦਇਆ ਸਿੰਘ, ਮੈਂ ਕੱਚੀ ਗੜੀ ਦੀ ਅਜ਼ਮਤ ਨੂੰ ਸਲਾਮੀ ਦਿੱਤੀ ਹੈ, ਕਿਉਂਕਿ ਕੱਲ੍ਹ ਜਿਹੜਾ ਮੈਦਾਨੇ ਜੰਗ ਇਸ ਧਰਤੀ ਉੱਤੇ ਲੜਿਆ ਜਾਣਾ ਹੈ, ਦੁਨੀਆ ਵਿੱਚ ਉਸ ਦੀ ਕੋਈ ਮਿਸਾਲ ਨਹੀਂ ਹੋਵੇਗੀ। ਇੱਥੇ ਦੁਨੀਆ ਦੀ ਵਿਲੱਖਣ ਕਿਸਮ ਦੀ ਜੰਗ ਹੋਵੇਗੀ। ਮੁਸਲਮਾਨ ਕਵੀ ਅੱਲਾ ਯਾਰ ਖਾਨ ਜੋਗੀ ਲਿਖਦਾ ਹੈ ਕਿ ਚਮਕੌਰ ਦੀ ਧਰਤੀ ਤੋਂ ਵੱਧ ਪਵਿੱਤਰ ਕੋਈ ਥਾਂ ਨਹੀਂ ਹੋ ਸਕਦੀ, ਕਿਉਂਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਦੀ ਝੋਲੀ ਆਪਣੇ ਪੁੱਤਰਾਂ ਦੇ ਸ਼ੀਸ਼ ਪਾ ਦਿੱਤੇ, ਜੋ ਦੁਨੀਆ ਦਾ ਕੋਈ ਹੋਰ ਰਹਿਬਰ ਜਾਂ ਪੀਰ ਪੈਗੰਬਰ ਨਹੀਂ ਕਰ ਸਕਿਆ। ਗੁਰੂ ਗੋਬਿੰਦ ਸਿੰਘ ਜੀ ਅਤੇ ਬਾਕੀ ਸਿੰਘ ਸਵੇਰੇ ਸਰਸਾ ਦੇ ਕੰਢੇ ਤੋਂ ਜੰਗ ਕਰਕੇ ਆਏ ਹਨ। ਅੱਤ ਦੀ ਸਰਦੀ ਹੈ, ਕੱਪੜੇ ਸਾਰੇ ਭਿੱਜੇ ਹੋਏ ਹਨ। ਘੋੜਿਆਂ ਦੀਆਂ ਕਾਠੀਆਂ ਤੱਕ ਦੇ ਕੱਪੜੇ ਵੀ ਭਿੱਜ ਚੁੱਕੇ ਹਨ। ਉਹਨਾਂ ਦਿਨਾਂ ਵਿੱਚ ਸਰਦੀ ਅੱਜ ਨਾਲੋਂ ਕਿਤੇ ਜ਼ਿਆਦਾ ਹੁੰਦੀ ਸੀ। ਜੇ ਤੁਸੀਂ 300-350 ਸਾਲ ਪਹਿਲਾਂ ਬਾਰੇ ਸੋਚੋ ਤਾਂ ਉਹਨਾਂ ਸਮਿਆਂ ਵਿੱਚ ਜੰਗਲ ਜ਼ਿਆਦਾ ਹੁੰਦੇ ਸਨ। ਇਸ ਕਰਕੇ ਇਹਨਾਂ ਦਿਨਾਂ ਵਿੱਚ ਮੌਸਮ ਬਹੁਤ ਤੂਫਾਨੀ ਹੁੰਦਾ ਸੀ। ਅੱਲਾ ਯਾਰ ਖਾਂ ਜੋਗੀ ਲਿਖਦਾ ਹੈ ਕਿ ਜਿਸ ਦਮ हुए चमकौर में सिंहों के उतारे, झल्लाए हुए शेर थे सब गैज़ के मारे। ਜਦੋਂ ਸਿੰਘਾਂ ਨੇ ਚਮਕੌਰ ਵਿੱਚ ਆ ਕੇ ਡੇਰੇ ਲਾਏ ਤਾਂ ਉਹ ਸ਼ੇਰ ਗੁੱਸੇ ਵਿੱਚ ਭਰੇ ਪਏ ਸਨ। ਉਹਨਾਂ ਦੀਆਂ ਬਹਾਦਰ ਅੱਖਾਂ ਵਿੱਚੋਂ ਚੰਗਿਆੜੇ ਨਿਕਲਦੇ ਸਨ। जब दूर से दरिया के किनारे नज़र आए, डूबे हुए सरसा में प्यारे नज़र आए। ਜਦੋਂ ਚਮਕੌਰ ਦੀ ਗੜੀ ਉੱਪਰੋਂ ਸਰਸਾ ਦੇ ਕੰਢੇ ਵੱਲ ਦੇਖਦੇ ਹਨ ਤਾਂ ਸਿੰਘਾਂ ਨੂੰ ਸਰਸਾ ਵਿੱਚ ਰੁੜਦੇ ਆਪਣੇ ਪਿਆਰੇ ਸਾਥੀਆਂ ਦੀ ਝਲਕ ਨਜ਼ਰ ਪੈਂਦੀ ਹੈ। ਮਾਨ ਸਿੰਘ ਜੀ, ਗਿਣਤੀ 'ਚ ਮੁਗਲ ਫੌਜ ਕਿੰਨੇ ਕੁ ਹੋਈ? ਆਹੀ ਕੋਈ 10 ਲੱਖ ਦੇ ਕਰੀਬ। 42 ਦੇ ਸਾਹਮਣੇ 10 ਲੱਖ ਸਿੰਘਾਂ ਦੇ ਜੋਸ਼ ਤੋਂ ਕਿੰਨਾ ਡਰਦੀ ਹੈ ਮੁਗਲ ਫੌਜ। ਵਾਹ ਜੁਝਾਰ ਸਿੰਘ ਵਾਹ। ਮਾਂ ਪਰ ਧੀ, ਪਿਤਾ ਪਰ ਘੋੜਾ। ਬਹੁਤਾ ਨਹੀਂ ਤਾਂ ਥੋੜਾ ਥੋੜਾ, ਪਰ ਤੂੰ ਤਾਂ ਥੋੜੇ ਤੋਂ ਵੀ ਕਿਤੇ ਅੱਗੇ ਨਿਕਲ ਗਿਆ। 1.25 लाख से एक लड़ाऊं,
ਤਬੇ ਗੋਬਿੰਦ ਸਿੰਘ ਨਾਮ ਕਹਾਉ। ਹੁਣ ਦੱਸਾਂਗੇ ਦੁਸ਼ਮਣਾਂ ਨੂੰ ਕਿ ਇੱਕ ਸਿੰਘ 1.25 ਲੱਖ ਦੇ ਬਰਾਬਰ ਕਿਵੇਂ ਹੁੰਦਾ ਹੈ। ਬੋਲੇ ਸੋਨਿਹਾਲ। ਗੱਲ ਸੁਣ ਨਪਨਵੀਆਂ, ਤੂੰ ਤਾਂ ਕਹਿੰਦਾ ਸੀ ਮੋਟੀ ਪਰ ਸਿੰਘ ਨੇ। ਮੈਨੂੰ ਤਾਂ 100 ਦੀ ਖਬਰ ਸੀ। ਪਰ ਉਹਨਾਂ ਦੇ ਜਕਾਰੇ ਨੇ ਕੰਨਾਂ ਦੇ ਪਰਦੇ ਫਾੜਦੇ ਮੈਨੂੰ ਤੇ ਜ਼ਿਆਦਾ ਲੱਗਦੇ ਨੇ। ਹੋਰ ਸਿੰਘ ਆ ਕੇ ਹੋਣੇ। ਉਹ ਕਿੰਨੇ ਹੋਣਗੇ? 100, 500, 1000, 80 ਲੱਖਾਂ ਵਿੱਚ ਆ। ਮੈਂ ਜਨਾਬ ਵसीर खान ਨਾਲ ਮਸ਼ਵਰਾ ਕਰਕੇ ਆਣਾ ਵਾ। ਤੂੰ ਜਾ। कुछ लेट गए खाक पे जी पोश बिछाकर, पहरा लगे देने कई तलवार उठाकर। ਕੁਝ ਸਿੰਘ ਆਪਣੇ ਘੋੜਿਆਂ ਦੀਆਂ ਕਾਠੀਆਂ ਵਾਲੇ ਕੱਪੜੇ ਥੱਲੇ ਵਿਛਾ ਕੇ ਪੈ ਗਏ। ਕੁਝ ਸਿੰਘ ਤਲਵਾਰ ਫੜ ਕੇ ਪਹਿਰਾ ਦੇਣ ਲੱਗੇ। गोविंद भी शबबाश हुए खेमे में जाकर, देखा तो वहाँ बैठे हैं गर्दन को झुकाकर। गुरु गोबिंद सिंह जी कच्ची गढ़ी उपर मौजूद चौबुरजी ममटी नुमा कमरे विच चले गए। ਉੱਥੇ ਉਹ ਜ਼ਮੀਨ 'ਤੇ ਗਰਦਨ ਝੁਕਾ ਕੇ ਖੁਦਾ ਦੀ ਯਾਦ ਵਿੱਚ ਬੈਠ ਗਏ। ਜਦੋਂ ਭਾਈ ਦਇਆ ਸਿੰਘ ਅਤੇ ਭਾਈ ਆਲਮ ਸਿੰਘ ਨੇ ਗੁਰੂ ਜੀ ਨੂੰ ਜ਼ਮੀਨ 'ਤੇ ਬੈਠੇ ਦੇਖਿਆ ਤਾਂ ਆਪਸ ਵਿੱਚ ਸਲਾਹ ਕਰਕੇ ਗੁਰੂ ਜੀ ਦੇ ਬੈਠਣ ਲਈ ਇੱਕ ਸ਼ਾਹੇਬਾਨ ਬਣਾ ਦਿੱਤਾ। ਕੁਝ ਕੱਪੜੇ ਆਪਣੇ ਕੁਝ ਘੋੜਿਆਂ ਦੀਆਂ ਕਾਠੀਆਂ ਦੇ ਕੱਪੜੇ ਇਕੱਠੇ ਕਰਕੇ ਇੱਕ ਗਦੈਲਾ ਬਣਾ ਦਿੱਤਾ। ਇਸ ਗਦੈਲੇ ਨੂੰ ਸ਼ਾਹੇਬਾਨ ਕਿਹਾ ਜਾਂਦਾ ਹੈ। ਗੁਰੂ ਜੀ ਉਸ ਉੱਪਰ ਬੈਠ ਗਏ। ਗੁਰੂ ਗੋਬਿੰਦ ਸਿੰਘ ਜੀ ਦੇ ਮਨ ਵਿੱਚ ਖਿਆਲ ਆਇਆ ਕਿ लेटे हुए हैं खालसा जी आज ज़िमी पर, किस तरह से चैन आए हमें शाहे नशी पर। मेरा खालसा पुत्र ਜ਼ਮੀਨ 'ਤੇ ਪਿਆ ਹੈ, ਮੈਨੂੰ ਇਸ ਸ਼ਾਹੇਬਾਨ 'ਤੇ ਚੈਨ ਕਿਸ ਤਰ੍ਹਾਂ ਆ ਸਕਦਾ ਹੈ। ਗੁਰੂ ਜੀ ਮਮਟੀ ਨੁਮਾ ਕਮਰੇ 'ਚੋਂ ਬਾਹਰ ਆਏ ਤੇ ਗੜੀ ਵਿੱਚ ਟਹਿਲਣ ਲੱਗੇ। ਅੱਲਾ ਯਾਰਖਾਂ ਜੋਗੀ ਲਿਖਦਾ ਹੈ ਕਿ जब 1.5 घड़ी रात गई जिक्रे खुदा में, खेमे से निकल आए सरकार हवा में। कदमों से टहलते थे मगर दिल था दुआ में, बोले या खुदाबंद हूँ खुश तेरी रज़ा में। करतार से कहते थे गोया रूबरू होकर, कल जाऊँगा चमकौर से मैं सुरखरू होकर। ਜਦੋਂ ਵਾਹਿਗੁਰੂ ਨੂੰ ਯਾਦ ਕਰਦਿਆਂ 1.5 ਘੜੀ ਰਾਤ ਬਤੀਤ ਹੋਈ ਤਾਂ ਗੁਰੂ ਜੀ ਚੌਬੁਰਜੀ ਵਿੱਚੋਂ ਬਾਹਰ ਨਿਕਲ ਕੇ ਬਾਹਰ ਹਵਾ ਵਿੱਚ ਆ ਗਏ। ਭਾਵੇਂ ਉਹ ਇੱਧਰ ਉੱਧਰ ਟਹਿਲਦੇ ਫਿਰ ਰਹੇ ਸਨ, ਪਰ ਉਹਨਾਂ ਦਾ ਧਿਆਨ ਸਿਮਰਨ ਤੇ ਪ੍ਰਭੂ ਵੱਲ ਹੀ ਸੀ ਤੇ ਕਹਿ ਰਹੇ ਸਨ ਕਿ ਹੇ ਵਾਹਿਗੁਰੂ, ਮੈਂ ਤੇਰੀ ਮਰਜ਼ੀ 'ਤੇ ਖੁਸ਼ ਹਾਂ। ਮਾਨੋ ਵਾਹਿਗੁਰੂ ਨੂੰ ਕਹਿ ਰਹੇ ਹੋਣ ਕਿ ਮੈਂ ਕੱਲ੍ਹ ਚਮਕੌਰ ਵਿੱਚ ਆਪਣਾ ਸਭ ਕੁਝ ਵਾਰ ਕੇ ਜਿੱਤ ਪ੍ਰਾਪਤ ਕਰਕੇ ਜਾਵਾਂਗਾ। ਸਾਰੇ ਸਿੰਘ ਸੌਂ ਗਏ। ਜੋ ਪਹਿਰੇ 'ਤੇ ਖੜ੍ਹੇ ਸਨ ਉਹ ਵੀ ਸੌਂ ਗਏ। ਸਾਰੇ ਸਿੰਘ ਅਤੇ ਗੁਰੂ ਜੀ ਕਈ ਰਾਤਾਂ ਦੇ ਥੱਕੇ ਟੁੱਟੇ ਭੁੱਖਣ ਭਾਣੇ ਸਨ। ਕੱਪੜੇ ਜਿਸਮ, ਸਿਰ ਦੇ ਵਾਲ ਪਾਣੀ ਨਾਲ ਭਿੱਜੇ ਹੋਏ ਸਨ। ਉੱਤੇ ਲੈਣ ਲਈ ਕੋਈ ਕੱਪੜਾ ਨਹੀਂ ਸੀ। ਅੱਤ ਦੀ ਸਰਦੀ ਦਾ ਮੌਸਮ ਸੀ। ਉਹ ਘੋੜਿਆਂ ਦੀ ਕਾਠੀ ਦੇ ਕੱਪੜੇ ਥੱਲੇ ਵਿਛਾ ਕੇ ਜ਼ਮੀਨ 'ਤੇ ਸੁੱਤੇ ਹੋਏ ਸਨ। ਕਲਗੀਧਰ ਪਾਤਸ਼ਾਹ ਜਦੋਂ ਸੁੱਤੇ ਹੋਏ ਸਿੰਘਾਂ ਦੇ ਕੋਲੋਂ ਦੀ ਲੰਘ ਰਹੇ ਹਨ ਤਾਂ ਕੋਲ ਬੈਠ ਕੇ ਕਿਸੇ ਦੀ ਦਸਤਾਰ ਠੀਕ ਕਰ ਰਹੇ ਹਨ, ਕਿਉਂਕਿ ਲੜਦਿਆਂ ਲੜਦਿਆਂ ਦਸਤਾਰਾਂ ਢਿੱਲੀਆਂ ਹੋ ਚੁੱਕੀਆਂ ਸਨ। ਕਿਸੇ ਸਿੰਘ ਦਾ ਸਿਰ ਆਪਣੀ ਗੋਦੀ ਵਿੱਚ ਰੱਖ ਕੇ ਉਸ ਦੇ ਕੇਸ ਠੀਕ ਕਰ ਰਹੇ ਹਨ। ਅੱਲਾ ਯਾਰਖਾਂ ਜੋਗੀ ਲਿਖਦਾ ਹੈ ਕਿ ਬਾਲਿੰਗ ਕੇ ਸ਼ਹੀदों से हुआ जबकि गुजरना, मुश्किल हुआ इस जा से ਕਦਮ ਆਗੇ ਕੋ ਧਰਨਾ। ਜਦੋਂ ਗੁਰੂ ਗੋਬਿੰਦ ਸਿੰਘ ਜੀ ਸੁੱਤੇ ਹੋਏ ਸਿੰਘਾਂ ਦੇ ਸਿਰ ਵਾਲੇ ਪਾਸੇ ਦੀ ਲੰਘਣ ਲੱਗੇ, ਫਿਰ ਪੈਰ ਅੱਗੇ ਨਾ ਪੁੱਟਿਆ ਗਿਆ। ਚੂਮਾ ਕਭੀ ਹਲਕੂਮ ਦਹਨ ਚੂਮਨੇ ਬੈਠੇ, ਜਬ ਪਾਇਤੀ ਆਏ ਤੋ ਚਰਨ ਚੂਮਨੇ ਬੈਠੇ। ਗੁਰੂ ਜੀ ਫਿਰ ਇੱਕ ਇੱਕ ਸਿੰਘ ਕੋਲ ਬੈਠਦੇ ਹਨ। ਕਦੇ ਉਹਨਾਂ ਦੇ ਚਿਹਰੇ ਚੁੰਮਦੇ ਹਨ, ਕਦੇ ਉਹਨਾਂ ਦੇ ਗਲਾਂ ਨੂੰ ਚੁੰਮਦੇ ਹਨ। ਜਦੋਂ ਗੁਰੂ ਜੀ ਸਿੰਘਾਂ ਦੇ ਪੈਰਾਂ ਵਾਲੇ ਪਾਸੇ ਆ ਕੇ ਖਲੋਂਦੇ ਹਨ ਤਾਂ ਪਾਤਸ਼ਾਹ ਕਹਿੰਦੇ ਹਨ ਕਿ ਮੇਰਾ ਦਿਲ ਕਰਦਾ ਹੈ ਕਿ ਮੈਂ ਤੁਹਾਡੇ ਪੈਰਾਂ ਨੂੰ ਚੁੰਮ ਲਵਾਂ। ਤੁਸੀਂ ਆਖਿਰ ਤੱਕ ਮੇਰਾ ਸਾਥ ਦਿੱਤਾ ਹੈ। ਦੁਨੀਆ ਦੇ ਵਿੱਚ ਕੋਈ ਇੱਦਾਂ ਦਾ ਗੁਰੂ,
ਇੱਦਾਂ ਦਾ ਰਹਿਬਰ ਨਹੀਂ ਹੋ ਸਕਦਾ ਜਿਸ ਨੇ ਆਪਣੇ ਚੇਲਿਆਂ ਦੀ ਸੇਵਾ ਕੀਤੀ ਹੋਵੇ। ਚੇਲਿਆਂ ਤੋਂ ਸੇਵਾ ਕਰਵਾਉਣ ਵਾਲੇ ਤਾਂ ਬਹੁਤ ਗੁਰੂ ਮਿਲ ਜਾਣਗੇ। ਗੁਰੂ ਜੀ ਫਿਰ ਉਸ ਮਮਟੀਨੁਮਾ ਕਮਰੇ ਵਿੱਚ ਜਾ ਕੇ ਬੈਠ ਗਏ। ਕੁਝ ਸਮਾਂ ਜ਼ਿਕਰੇ ਖੁਦਾ ਵਿੱਚ ਬਤੀਤ ਹੋਇਆ, ਫਿਰ ਟਹਿਲਣ ਲਈ ਬਾਹਰ ਆਏ। ਜਦੋਂ ਵਾਪਸ ਕਮਰੇ ਵਿੱਚ ਜਾਣ ਲੱਗੇ ਤਾਂ ਕੀ ਦੇਖਦੇ ਹਨ? ਅੱਲਾ ਯਾਰ ਖਾਂ ਜੋਗੀ ਲਿਖਦਾ ਹੈ, बाकी थी घड़ी रात गुरु खेमे में आए, शाहजादे जहाँ दोनों ही सोते हुए पाए, दोनों के रुख ए पाक से गेसू जो हटाए, अफलाक ने शर्मा के मह ओ मेहर छुपाए, सतगुर ने दहन जब दहन ए पाक पे रखा, कुमला के हर एक फूल ने सर खाक पे रखा। ਜਦੋਂ ਗੁਰੂ ਜੀ ਟਹਿਲਦੇ ਹੋਏ ਦੁਬਾਰਾ ਉਸ ਚੁਬਰਜੀਨੁਮਾ ਕਮਰੇ ਵੱਲ ਆਏ ਤਾਂ ਕੀ ਦੇਖਦੇ ਹਨ? ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬ ਜੁਝਾਰ ਸਿੰਘ ਉਸ ਕਮਰੇ ਦੇ ਬਾਹਰ ਸੁੱਤੇ ਹੋਏ ਹਨ। ਉੱਤੇ ਲੈਣ ਨੂੰ ਕੋਈ ਕੱਪੜਾ ਨਹੀਂ ਸੀ। ਘੋੜਿਆਂ ਦੀਆਂ ਕਾਠੀਆਂ ਦੇ ਕੱਪੜੇ ਜ਼ਮੀਨ 'ਤੇ ਵਿਛਾ ਕੇ ਸੁੱਤੇ ਹੋਏ ਸਨ। ਦਸਤਾਰਾਂ ਉਹਨਾਂ ਦੀਆਂ ਵੀ ਢਿੱਲੀਆਂ ਹੋ ਚੁੱਕੀਆਂ ਸਨ। ਕੇਸ ਮੂੰਹ ਉੱਤੇ ਖਿਲਰੇ ਹੋਏ ਸਨ। ਗੁਰੂ ਗੋਬਿੰਦ ਸਿੰਘ ਜੀ ਉਹਨਾਂ ਕੋਲ ਬੈਠਦੇ ਹਨ ਅਤੇ ਉਹਨਾਂ ਦੀਆਂ ਦਸਤਾਰਾਂ ਠੀਕ ਕਰਦੇ ਹਨ। ਉਹਨਾਂ ਦੇ ਚਿਹਰੇ ਚੁੰਮਣ ਲਈ ਜਦੋਂ ਗੁਰੂ ਜੀ ਨੇ ਉਹਨਾਂ ਦੇ ਕੇਸ ਚਿਹਰੇ ਤੋਂ ਹਟਾਉਂਦੇ ਹਨ ਤਾਂ ਕਵੀ ਕਹਿੰਦਾ ਹੈ, ਸਾਹਿਬਜ਼ਾਦੇ ਇੰਨੇ ਸੋਹਣੇ ਸਨ ਕਿ ਅਸਮਾਨ ਨੇ ਸ਼ਰਮਾ ਕੇ ਚੰਦ ਸੂਰਜ ਵੀ ਲੁਕਾ ਲਏ। ਪਿਤਾ ਆਖਰੀ ਵਾਰ ਪੁੱਤਰਾਂ ਨੂੰ ਪਿਆਰ ਕਰ ਰਿਹਾ ਹੈ। ਜਦੋਂ ਉਹਨਾਂ ਦੇ ਚਿਹਰੇ ਚੁੰਮਣ ਲਈ ਗੁਰੂ ਜੀ ਨੇ ਆਪਣਾ ਪਵਿੱਤਰ ਚਿਹਰਾ ਉਹਨਾਂ ਦੇ ਪਵਿੱਤਰ ਚਿਹਰੇ ਉੱਤੇ ਰੱਖਿਆ ਤਾਂ ਮਾਨੋ ਹਰ ਫੁੱਲ ਨੇ ਕੁਮਲਾ ਕੇ ਆਪਣਾ ਸਿਰ ਮਿੱਟੀ 'ਤੇ ਰੱਖ ਦਿੱਤਾ। ਸਾਰੀ ਰਾਤ ਇਸ ਤਰ੍ਹਾਂ ਬਤੀਤ ਹੁੰਦੀ ਹੈ। हमें शहादत का बड़ा शौक है वाहिगुरु। सब कुछ है तेरा, कुछ भी ना मेरा है वाहिगुरु। जुमा कभी हलकूम तहन चूमने बैठे, जैसे धरती पर सोए तो कमल चूमने बैठे। सर ठीक किए सरके हुए, जख्म भरे मरहम से, साफे कभी सिंहों के, बिछाते उठाते हुए जमीन से। उल्फत के ये जज्बे नहीं देखे कहीं हमने, है देखना एक बात सुने भी नहीं हमने। करतार की सौगंध है, नानक की कसम है, जितनी भी हो गुरु गोविंद की तारीफ वो कम है।